दोस्तों, मैं इससे पहले कि कोई बातचीत शुरू करूं तो मैं आपसे रिक्वेस्ट करता हूं कि आप मेरा चैनल सब्सक्राइब कीजिए, शेयर कीजिए और जो बेल है आइकॉन है उसको भी थोड़ा सा टच कर दीजिए। देखिए, हमारे समाज में लॉ जो है उसकी नॉलेज लोगों को बहुत कम है। हम प्रॉपर्टी खरीदते हैं, कोई प्लाट खरीदते हैं तो ख़रीदते वक्त हमें क्या ध्यान रखना चाहिए, क्या हमसे कोई फ्रॉड तो नहीं हो रहा, हमारे से कोई चीटिंग तो नहीं हो रही, हमारे से 420 तो नहीं हो रहा। तो आज इसी सब्जेक्ट के ऊपर तीर्थ गरेवाल जी हमें बताएंगे कि आपको प्रॉपर्टी खरीदते वक्त क्या ध्यान रखना चाहिए ताकि आपका जो पैसा है प्रॉपर्टी में जो आपने इन्वेस्ट किया है कहीं वो आपका चीटिंग में तो नहीं जा रहा, कहीं फ्रॉड में तो नहीं जा रहा। इसी के बाबत आज मैं आपकी मुलाकात तीर्थ गरेवाल जी से करवाने जा रहा हूं। तीर्थ गरेवाल जी, आपने हमको पहले भी कई बार जानकारी दी है प्रॉपर्टी के बारे, और आज हम फिर आपसे प्रॉपर्टी के बारे बात करने के लिए आए हैं। कई बार ऐसा होता है कि लोग प्रॉपर्टी खरीदते वक्त कुछ बातों का ध्यान नहीं रखते जो बाद में उनके लिए मुसीबत बन जाती है, और कई बार तो लोग अपनी प्रॉपर्टी से हाथ भी धो बैठते हैं क्योंकि जो कॉलोनाइजर होते हैं, प्रॉपर्टी डीलर होते हैं, जो दलाल होते हैं, वो सही बात नहीं बताते और वो पैसे कमाने के चक्कर में जो क्लाइंट होता है उसको चूना लगा देते हैं। तो सबसे पहले हमें ये आप बताइए कि ये जो 50 गज का प्लाट है, 100 गज का प्लाट है, जो गरीब लोग खरीदते हैं उन्हें क्या करना चाहिए। सबसे पहले हमें आप ये बताइए तीर्थ गरेवाल जी, जो एडवोकेट हैं लुधियाना में डिस्ट्रिक्ट कोर्ट में, तो ये हमें थोड़ा सा बताएंगे इसके बारे कि हमें क्या जानी के सावधानियां बरतनी चाहिए। तीर्थ गरेवाल जी, ਇਹਦੇ ਬਾਰੇ ਥੋੜਾ ਦੱਸੋ ਸਾਨੂੰ। ਸ਼੍ਰੀਪਾਲ ਜੀ, ਪਹਿਲੀ ਗੱਲ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਫਿਰ ਆਏ ਹੋ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਆ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸ਼੍ਰੀਪਾਲ ਜੀ, ਜਿਹੜਾ ਤੁਸੀਂ ਅੱਜ ਸਵਾਲ ਪੁੱਛਿਆ ਵਾ ਇਹ ਬਹੁਤ ਹੀ ਇੰਟਰਸਟਿੰਗ ਹੈ, ਲੇਕਿਨ ਗੱਲ ਐਵੇਂ ਹੁੰਦੀ ਹੈ ਕਿ ਜਿਹੜੀ ਚੀਜ਼ ਨੂੰ ਆਪਾਂ ਯੂਜ਼ ਟੂ ਨਹੀਂ ਹੁੰਦੇ ਉਹਦੇ ਵਾਸਤੇ ਕੰਮ ਕਰਨਾ ਥੋੜ੍ਹਾ ਜਿਹਾ ਡਿਫਿਕਲਟ ਹੋ ਜਾਂਦਾ, ਕੋਈ ਦੱਸਣ ਵਾਲਾ ਨਹੀਂ ਹੁੰਦਾ। ਇੱਕ ਬੰਦਾ ਜਿਹਨੇ 50-100 ਗਜ ਦਾ ਕੀ ਪਲਾਟ ਲੈਣਾ, ਮੈਂ ਤਾਂ ਕਿੱਲੇ ਵਾਲੇ ਨੂੰ ਜਾਣਦਾ ਜਿਨ੍ਹਾਂ ਨਾਲ ਫਰਾਡ ਹੋ ਜਾਂਦਾ। ਗੱਲ ਕੀ ਹੈ ਕਿ ਕੋਈ ਵੀ ਆਹ ਨਹੀਂ ਮੰਨਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ। ਦੇਖੋ, ਜਦੋਂ ਵੀ ਤੁਸੀਂ 50 ਗਜ ਦਾ ਪਲਾਟ ਲੈਣਾ ਹੋਵੇ, ਚਾਹੇ ਤੁਸੀਂ 100 ਕਿੱਲਾ ਜ਼ਮੀਨ ਲੈਣੀ ਹੋਵੇ, ਸਭ ਤੋਂ ਪਹਿਲਾਂ ਤੁਸੀਂ ਉਹਦੀ ਫਰਦ ਲਓ। ਇਹ ਫਰਦ ਦੋ ਤਰੀਕੇ ਦੀ ਮਿਲਦੀ ਹੈ, ਜਾਂ ਤਾਂ ਪਟਵਾਰੀ ਤੋਂ ਮਿਲ ਜੂਗੀ, ਜੇ ਇਲੈਕਟ੍ਰੋਨਿਕ ਰਿਕਾਰਡ ਚੜ੍ਹ ਗਈ ਹੈ ਤਾਂ ਸੁਵਿਧਾ ਸੈਂਟਰ ਤੋਂ ਮਿਲ ਜੂਗੀ। ਉਹਦੇ ਵਿੱਚ 50-100 ਰੁਪਇਆ ਲਾ ਕੇ ਥੋੜ੍ਹੀ ਜਿਹੀ ਵੱਡੀ ਫਰਦ ਮਿਲਦੀ ਹੈ, ਤੁਸੀਂ ਸਰਕਾਰੀ ਫੀਸ ਜਮ੍ਹਾਂ ਕਰਾ ਕੇ ਫਰਦ ਲੈ ਲਓ। ਹੁਣ ਫਰਜ਼ ਕਰੋ ਕਿ ਮੈਂ ਜ਼ਮੀਨ ਵੇਚਣੀ ਆ ਸ਼੍ਰੀਪਾਲ ਜੀ ਨੂੰ, ਸ਼੍ਰੀਪਾਲ ਜੀ ਨੇ ਲੈਣੀ ਆ। ਸ਼੍ਰੀਪਾਲ ਜੀ ਆਪਣੇ ਤੌਰ 'ਤੇ ਜਾ ਕੇ ਉਹ ਫਰਦ ਕਢਾਉਣ ਜਾਂ ਮੇਰੇ ਵੱਲੋਂ ਦਿੱਤੀ ਹੋਈ ਫਰਦ ਪਟਵਾਰੀ ਕੋਲ ਲੈ ਕੇ ਜਾਣ। ਪਟਵਾਰੀ ਸਾਹਿਬ ਨੂੰ ਰਿਕੁਐਸਟ ਕਰਨ ਕਿ ਸਰ ਮੈਂ ਜ਼ਮੀਨ ਲੈਣ 'ਚ ਇੰਟਰਸਟਡ ਆ, ਪਲਾਟ ਲੈਣ 'ਚ ਇੰਟਰਸਟਡ ਆ, ਇਹਦੇ ਵਿੱਚ ਕਿੰਨਾ ਏਰੀਆ ਇਸ ਬੰਦੇ ਦੇ ਨਾਮ ਬੋਲਦਾ ਮੈਨੂੰ ਦੱਸਿਆ ਜਾਵੇ ਕੱਚੇ ਕਾਗਜ਼ ਦੇ ਉੱਤੇ। ਮੈਂ ਕਹਿੰਦਾ ਜੀ 95% ਪਟਵਾਰੀ ਤੁਹਾਨੂੰ ਮਨਾ ਨਹੀਂ ਕਰਨਗੇ। ਹਾਂ, ਉਹਨਾਂ ਕੋਲ ਕੰਮ ਜ਼ਰੂਰ ਹੁੰਦਾ, 2-4 ਵਾਰੀ ਗੇੜੇ ਜ਼ਰੂਰ ਲੱਗ ਜਾਣਗੇ ਸ਼੍ਰੀਪਾਲ ਜੀ, ਲੇਕਿਨ 100 ਗੇੜਿਆਂ ਨਾਲੋਂ 4 ਗੇੜੇ ਦਾ ਕੀ ਔਖਾ। ਤੁਹਾਡੇ ਕੋਲ ਫਰਦ ਆ ਗਈ, ਤੁਹਾਡੇ ਕੋਲ ਬੰਦੇ ਦਾ ਏਰੀਆ ਆ ਗਿਆ। ਏਰੀਏ ਤੋਂ ਬਾਅਦ ਤੁਸੀਂ ਰਜਿਸਟਰੀ ਕਰਾਈ। ਰਜਿਸਟਰੀ ਕਰਾਉਂਦੇ ਵੇਲੇ ਤੁਸੀਂ ਧਿਆਨ ਰੱਖਣਾ ਵਾ ਕਿ ਤੁਹਾਡੇ ਪਲਾਟ ਦਾ ਕੋਈ ਨੰਬਰ ਹੋਵੇ, ਉਹਦੇ ਨਾਲ ਕੋਈ ਐਸੀ ਮੰਦਿਰ, ਮਸਜਿਦ ਜਾਂ ਕੋਈ ਐਸੀ ਸਰਕਾਰੀ ਜਗ੍ਹਾ ਹੋਵੇ ਜਿੱਥੋਂ ਬੰਦਾ ਆਇਡੈਂਟੀਫਾਈ ਕਰ ਸਕੇ ਕਿ ਇੱਥੋਂ ਇੰਨੀ ਦੂਰੀ 'ਤੇ ਮੇਰਾ ਪਲਾਟ ਪੈਂਦਾ ਤਾਂ ਮੇਰੀ ਪਲਾਟ ਦੀ ਇੰਨੀ ਹੱਦਾਂ ਨੇ। ਹੁੰਦਾ ਕੀ ਹੈ, ਕਲੋਨੀ ਹੁੰਦੀ ਹੈ ਜਿਹੜੀ ਨਜਾਇਜ਼ ਕਲੋਨੀ ਹੁੰਦੀ ਆ, ਉਹਦੇ ਵਿੱਚ ਪਲਾਟ ਤਾਂ ਹੁੰਦੇ ਆ। ਹੁਣ ਉਹ 'ਚ ਜ਼ਿਆਦਾਤਰ ਕੀ ਹੁੰਦਾ ਕਿ ਆਹ ਪਲਾਟ ਖਾਲੀ ਪਿਆ, ਆਹ ਪਲਾਟ ਖਾਲੀ ਪਿਆ, ਵਿੱਚ ਵਾਲਾ ਕਹਿੰਦਾ ਮੈਂ ਕੰਸਟਰਕਸ਼ਨ ਕਰਨੀ ਹੈ। ਉਹ ਆਪਣੇ ਬੰਦਿਆਂ ਨੂੰ ਕਹਿੰਦਾ ਕਿ ਜਾ ਭਾਈ ਤੂੰ ਮੇਰੇ ਉੱਤੇ ਕੰਸਟਰਕਸ਼ਨ ਕਰਦਾ, ਇੱਟਾਂ ਸਟਾ ਲਾ। ਉਹ ਜਿਹੇ ਜਿਹੇ ਬੰਦੇ ਅੱਗੇ ਮਿਸਤਰੀ ਹੁੰਦੇ ਆ ਜੀ, ਉਹ ਮਿਸਤਰੀ ਦਾ ਜਿਹੜਾ ਹੁੰਦਾ ਨਾ ਉਹ ਵੀ ਨੌਸਿੱਖੀ ਹੁੰਦੇ ਆ। ਉਹ 5 ਫੁੱਟ 10 ਫੁੱਟ ਇੱਧਰ ਲੈ ਜਾਂਦੇ ਜਾਂ ਇੱਧਰ ਲੈ ਜਾਂਦੇ ਆ। ਉਹ ਤੁਹਾਡੀ ਨਾ ਧਿਆਨੀ ਕਰਕੇ ਤੁਹਾਡੇ ਪਲਾਟ 'ਚ ਆ ਜਾਂਦੇ ਆ। ਉਹਦਾ ਕੀ ਧਿਆਨ ਰੱਖਣਾ, ਜਦੋਂ ਤੁਹਾਡਾ ਬਿਆਨਾ ਹੋਇਆ ਤੁਸੀਂ ਆਪਣੇ ਪਲਾਟ ਦੀ ਨਿਸ਼ਾਨਦੇਹੀ ਕਰ ਲੈਣੀ ਹੈ। ਖੁਦ ਪ੍ਰੋਪਰਟੀ ਡੀਲਰ ਨੂੰ ਲੈ ਕੇ ਜਾ ਕੇ ਅਤੇ ਜੀ ਤੋਂ ਪ੍ਰੋਪਰਟੀ ਖਰੀਦੀ ਹੈ ਉਹਨੂੰ ਲੈ ਕੇ ਜਾ ਕੇ ਉੱਥੇ ਵੀਡੀਓ ਸਭ ਕੋਲ ਆ, ਫੋਟੋਗ੍ਰਾਫ ਖਿੱਚ ਲਓ। ਫੋਟੋਗ੍ਰਾਫ ਖਿੱਚ ਕੇ ਉੱਥੇ ਨੀਹਾਂ ਭਰ ਲਓ। ਜੇ ਤੁਸੀਂ ਪੈਸੇ ਦੇ ਤੇ ਰਜਿਸਟਰੀ ਹੋਊਗੀ ਤਾਂ ਜਗ੍ਹਾ ਤਾਂ ਤੁਹਾਡੀ ਆ। ਜੇ ਪੈਸੇ ਨਹੀਂ ਦਿੱਤੇ, ਘੱਟੋ ਘੱਟ ਜਗ੍ਹਾ ਦੇ ਵਿੱਚ ਪਈ ਆ। ਜੇ ਨਹੀਂ ਹੈਗੀ, ਚਲੋ ਤੁਹਾਡੇ ਕੋਲ ਪੈਸੇ ਨਹੀਂ ਇਕੱਠੇ ਹੋਏ, ਪਲਾਟ ਨਹੀਂ ਬਣਿਆ। ਹੁਣ ਤੁਸੀਂ ਨਿਸ਼ਾਨਦੇਹੀ ਕਰ ਲਈ, ਤੁਸੀਂ ਨੀਹਾਂ ਭਰ ਲਈਆਂ, ਤੁਸੀਂ ਰਜਿਸਟਰੀ ਕਰਾ ਲਈ। ਰਜਿਸਟਰੀ ਕਰਾਉਣ ਵੇਲੇ ਤੁਹਾਡੀ ਇੱਕ ਇੰਤਕਾਲ ਦੀ ਫੀਸ ਹੁੰਦੀ ਆ, ਉਹ ਜਮ੍ਹਾਂ ਹੁੰਦੀ ਹੈ ਤਹਿਸੀਲਦਾਰ ਆਫਿਸ। ਪਲੀਜ਼ ਕਦੇ ਵੀ ਭੁਲੇਖੇ 'ਚ ਨਾ ਰਹੋ ਕਿ ਉਹਨਾਂ ਨੇ ਸੇਲ ਡੀਡ ਤੁਹਾਡੀ ਪਟਵਾਰਖਾਨੇ ਭੇਜਣੀ ਹੈ।
ਤੁਹਾਡੀ ਰਜਿਸਟਰੀ ਤੁਹਾਨੂੰ ਖੁਦ ਲੈ ਕੇ ਉਸ ਪਰਚੀ ਨੂੰ ਨਾਲ ਲੈ ਕੇ ਪਟਵਾਰਖਾਨੇ ਜਾਣਾ ਪੈਣਾ, ਪਟਵਾਰੀ ਨੂੰ ਦੇਣਾ ਪੈਣਾ 3 ਮਹੀਨੇ ਦੇ ਅੰਦਰ ਅੰਦਰ। ਸ਼੍ਰੀਪਾਲ ਜੀ ਬਹੁਤ ਧਿਆਨ ਦੀ ਗੱਲ ਆ, 3 ਮਹੀਨੇ ਦੇ ਅੰਦਰ ਅੰਦਰ, ਨਹੀਂ ਤਾਂ ਉਸ ਤੋਂ ਬਾਅਦ ਇੰਤਕਾਲ ਸਿਰਫ ਡੀਸੀ ਸਾਹਿਬ ਮਨਜ਼ੂਰ ਕਰ ਸਕਦੇ ਆ, ਜਾਂ ਤੁਸੀਂ ਲੁੱਟੇ ਜਾਓਗੇ। ਕੋਈ ਦਲਾਲ ਆਊਗਾ ਕਹੂਗਾ ਮੈਂ ਤੇਰੀ 50,000 'ਚ ਕਰਾ ਦਿੰਦਾ, ਮੈਂ ਲੱਖ 'ਚ ਕਰਾ ਦਿੰਦਾ, ਉਹ ਸਭ ਫਰਜ਼ੀ ਕੰਮ ਆ। ਉਸ ਇੰਤਕਾਲ ਨੂੰ ਮਨਜ਼ੂਰ ਕਰਾ ਕੇ ਉਸ ਤੋਂ ਬਾਅਦ ਮਹੀਨੇ ਕੁ ਬਾਅਦ ਤੁਹਾਡੀ ਫਰਦ ਦੇ ਉੱਤੇ ਤੁਹਾਡਾ ਨਾਂ ਚੜ੍ਹ ਜਾਊਗਾ, ਉਹ ਫਰਦ ਤੁਸੀਂ ਆਪਣੇ ਕੋਲ ਰੱਖ ਲਓ। ਤਾਂ ਸ਼੍ਰੀਪਾਲ ਜੀ 4 ਚੀਜ਼ਾਂ, ਪੁਰਾਣੀ ਫਰਦ, ਰਜਿਸਟਰੀ, ਇੰਤਕਾਲ ਤੁਹਾਨੂੰ ਖੁਦ ਜਾਣਾ ਪੈਣਾ, ਤੇ ਚੌਥੀ ਗੱਲ ਨਵੀਂ ਫਰਦ। ਆ ਜਦੋਂ ਤੁਹਾਡੇ ਕੋਲ 4 ਚੀਜ਼ਾਂ ਆ ਗਈਆਂ ਤੁਸੀਂ ਆਪਣੀ ਜੇਬ 'ਚ ਪਾਓ, ਤੁਹਾਡੀ ਪ੍ਰੋਪਰਟੀ ਸੇਫ ਆ, ਤੁਹਾਡੇ ਨਾਲ ਫਰॉड नहीं होता। तो तीर्थ गरेवाल जी ने बताया कि जब आप प्रॉपर्टी खरीदते हैं तो सबसे पहले आप देखिए कि आपकी जो प्रॉपर्टी है उसके पास कोई मंदिर, गुरुद्वारा या स्कूल है, उससे आप निशानदेही लें। और जो कॉलोनाइजर हैं जो कि इलीगल कॉलोनियाँ जो काटते हैं, जो नजायज़ कॉलोनी काटते हैं, वो प्लाट वगैरह उन्होंने नक्शा वगैरह बनाया होता है, उसमें भी आप देखें कि क्या सही है और क्या गलत है और आपका नंबर कहाँ पड़ता है। उसके बाद गरेवाल जी ने बताया कि आपको 3 महीने के अंदर अंदर जो प्रॉपर्टी की रजिस्ट्री कराई है इंतकाल चढ़ाना होगा। अगर आप इंतकाल 3 महीने में नहीं चढ़ाते तो उसके बाद तो डीसी के पास जाता है, लेकिन वो भी लोग भूल जाते हैं तो आपकी प्रॉपर्टी ख़त्म, क्योंकि आप रजिस्ट्री लेके जगह जगह घूमते रहेंगे। गरेवाल जी एक ऐसी मेरा दोस्त था, उसने ऐसे प्रॉपर्टी खरीदी थी, उसका प्लाट था भोकल पॉइंट में। तो जब वो अपने प्लाट से पास से गुजरा 6, 7, 8 साल बाद तो देखा कि उस पर कंस्ट्रक्शन कोई और आदमी कर रहा है। तो उसने कहा कि ये तो मेरा प्लाट है। तो उसे पता चला कि जिसने उसको प्लाट बेचा था उसने किसी और को बेच दिया। तो बाद में क्या हुआ कि जो आदमी था जिसका प्लाट था उसको 15-20 लाख का चूना लग गया, उसको फैसला ही करना पड़ा। वो थाने में भी गया तो कई जगह धक्के खाए, लेकिन उसको कुछ नहीं मिला। कोई दूसरे आदमी ने रातों रात ही उस पर कंस्ट्रक्शन कर ली थी। ऐसे थोड़े से फ्रॉड के बारे में थोड़ा सा बताएं कि आदमी को क्या करना चाहिए। जैसे कि आपने कहा अभी प्रॉपर्टी ले ली है कि 4 दीवारी करा ली है, तो उसके बाद भी क्या करना चाहिए। देखिए श्रीपाल जी, एक ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਇੱਕ ਨਕਸ਼ਾ ਹੁੰਦਾ ਜਦੋਂ ਤੁਸੀਂ ਪਲਾਟ ਲੈਣ ਜਾਂਦੇ ਹੋ, ਤੁਸੀਂ ਆਪਣੀ ਰਜਿਸਟਰੀ ਨਾਲ ਉਹ ਜਿਹੜਾ ਮੈਪ ਆ ਜਿਹਨੂੰ ਕਹਿੰਦੇ ਕਲੋਨੀ ਦਾ ਮੈਪ, ਉਹ 'ਤੇ ਪਲਾਟ ਨੰਬਰ ਦਿੱਤੇ ਹੁੰਦੇ ਆ, ਉਹ 'ਤੇ ਸਾਰੀ ਹੱਦਾਂ ਦਿੱਤੀਆਂ ਹੁੰਦੀਆਂ। ਉਹ ਨਕਸ਼ੇ ਦੀ ਕਾਪੀ ਡੀਲਰ ਤੋਂ ਸਾਈਨ ਕਰਾ ਕੇ ਆਪਣੇ ਕੋਲ ਪੱਕੀ ਰੱਖ ਲਓ। ਕੱਲ੍ਹ ਨੂੰ ਕੋਈ ਪੰਗਾ ਹੋਇਆ ਤਾਂ ਡੀਲਰ ਸਭ ਤੋਂ ਵੱਡਾ ਕਲਪਰੇਟ ਡੀਲਰ ਹੁੰਦਾ, ਉਹਨੂੰ ਸਾਰੀ ਅੰਦਰਲੀ ਗੱਲ ਦਾ ਪਤਾ ਹੁੰਦਾ, ਉਹਨੇ ਰੋਜ਼ ਕੰਮ ਕਰਨਾ ਹੁੰਦਾ। ਹੁਣ ਸ਼੍ਰੀਪਾਲ ਜੀ ਜੋ ਤੁਸੀਂ ਮੈਨੂੰ ਗੱਲ ਦੱਸੀ ਉਹਦੇ 'ਚ ਹੋਇਆ ਕੀ ਹੋਣਾ ਕਿ ਇੱਕ ਬੰਦਾ ਵਾ, ਉਹਨੇ ਆਪਣੀ ਰਜਿਸਟਰੀ ਕਰਾ ਲਈ, ਰਜਿਸਟਰੀ ਕਰਾ ਕੇ ਭਾਈ ਸਾਹਿਬ ਉਹਨੇ ਇੰਤਕਾਲ ਨਹੀਂ ਕਰਾਇਆ। ਜਿਹੜੇ ਬੰਦੇ ਦੇ ਨਾਂ 'ਤੇ ਜਗ੍ਹਾ ਸੀਗੀ ਉਹਦੇ ਕੋਲ ਕੋਈ ਬੰਦੇ ਆਏ ਫਰਦ ਲੈ ਕੇ 4 ਸਾਲ ਬਾਅਦ 5 ਸਾਲ ਬਾਅਦ, ਕਹਿੰਦੇ ਭਰਾਵਾ ਤੇਰੇ ਤਾਂ ਹਜੇ ਵੀ ਜਗ੍ਹਾ ਬੋਲਦੀ ਆ। ਉਹ ਜਿਹੜਾ ਡੀਲਰ ਆ ਜਿਹਦੇ ਨਾਂ 'ਤੇ ਜਗ੍ਹਾ ਵਾ ਉਹਨੂੰ ਰੈਵਨਿਊ ਦੇ ਬਾਰੇ ਪਤਾ ਹੋਊਗਾ, ਉਹਨੂੰ ਪਤਾ ਵਾ ਕਿ 3 ਮਹੀਨੇ ਜਿਹੜਾ ਇੰਤਕਾਲ ਨਹੀਂ ਚੜਿਆ ਉਹ ਹੁਣ ਡੀਸੀ ਸਾਹਿਬ ਕਰ ਸਕਦੇ ਆ। ਤੇ ਡੀਸੀ ਸਾਹਿਬ ਕੋਲ ਆਮ ਬੰਦਾ ਕਿੱਥੇ ਜਾ ਸਕਦਾ। ਚੰਗਾ ਬੰਦਾ ਜਾਣ ਤੋਂ ਘਬਰਾਉਂਦਾ, ਕਹਿੰਦਾ ਮੈਂ ਤਾਂ ਨਹੀਂ ਫਸਣਾ ਜਮਾ। ਆਪਣੇ ਪੰਜਾਬੀਆਂ ਦੀ ਇੱਕ ਆਦਤ ਆ, ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਆ ਯਾਰ ਕਾਗਜ਼ਾਂ 'ਚ ਬਚਾ ਲਾ ਸਾਨੂੰ। ਉਹ ਕਾਗਜ਼ਾਂ ਦੀ ਤਾਂ ਸਭ ਕੁਝ ਹੈਗਾ ਭਰਾਵੋ, ਜੇ ਤੁਸੀਂ ਉਹੀ ਨਾ ਪੜ੍ਹੇ। ਤੁਹਾਨੂੰ ਬਾਹਰ ਜਾਣ ਵਾਸਤੇ ਆਇਲਸ ਚਾਹੀਦਾ, ਆਪਣੇ ਫਾਰਮ ਭਰਨੇ ਆ, ਤੁਹਾਡੇ ਬੱਚੇ ਇਕੱਲੇ ਬੈਠ ਕੇ ਤੇ ਫਾਰਮ ਭਰ ਰਹੇ ਆ, ਕਾਗਜ਼ਾਂ ਤੋਂ ਬਗੈਰ ਕੁਛ ਨਹੀਂ ਹੈਗਾ। ਉਸ ਬੰਦੇ ਨੇ ਇੰਤਕਾਲ ਨਹੀਂ ਚੜਾਇਆ, ਇੰਤਕਾਲ ਨਾ ਚੜਾਉਣ ਕਰਕੇ ਉਹ 4 ਸਾਲ ਪਈ ਰਹੀ। ਅਗਲਾ ਕਹਿੰਦਾ ਮੇਰੇ ਕੋਲ ਰਜਿਸਟਰੀ ਆ, ਉਹਨੇ ਪੇਪਰ ਲੈ ਕੇ ਦੂਜੇ ਨੂੰ ਰਜਿਸਟਰੀ ਕਰਾਤੀ। ਠੀਕ ਹੈ, ਜੇ ਉਹਨੂੰ ਕੋਈ ਪੁਲਿਸ ਕਹੂਗਾ ਕਿ ਮੈਨੂੰ ਤਾਂ ਯਾਦ ਨਹੀਂ ਕਦੋਂ ਮੈਂ ਰਜਿਸਟਰੀ ਕਰਾਈ ਹੈ, ਉਹ ਕਹਿ ਸਕਦਾ ਜੀ ਪਤਾ ਨਹੀਂ ਕਿਵੇਂ ਹੋ ਗਈ। ਦੇਖੋ ਪੁਲਿਸ ਨੂੰ ਪਤਾ ਹੁੰਦਾ ਕਿ ਤੁਹਾਡੀ ਗਲਤੀ ਆ, ਲੇਕਿਨ ਉਹ ਤੁਹਾਡੀ ਗਲਤੀ ਆ ਨਾ, ਤੁਸੀਂ ਇੰਤਕਾਲ ਚੜਾ ਲੈਂਦੇ। ਹੁਣ ਭਾਵੇਂ ਤੁਸੀਂ ਕੋਰਟ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੇ ਚਾਂਸ ਆਫ ਸਕਸੈਸ ਬਹੁਤ ਹੀ ਘੱਟ ਰਹਿ ਜਾਂਦੇ ਆ। ਜਿੱਥੇ ਦੂਜੇ ਬੰਦੇ ਨੇ ਪੈਸਾ ਲਾਇਆ ਪ੍ਰਾਪਰਟੀ 'ਚ, ਉਹ ਇਸ ਫਰੋਡ ਦਾ ਹਿੱਸਾ ਨਹੀਂ ਹੁੰਦਾ। ਉਹ ਤੁਹਾਡੇ ਮੇਰੇ ਵਰਗਾ ਇੱਕ ਆਮ ਬੰਦਾ ਹੁੰਦਾ ਜਿਹੜਾ ਕਹਿੰਦਾ ਮੇਰੇ ਪੈਸੇ ਨਾ ਡੁੱਬ ਜਾਣ, ਉਹ ਵੀ ਫਿਰ ਉਨੀ ਲੜਾਈ ਲੜਦਾ। ਤੁਹਾਡੇ ਕੋਲ ਰਜਿਸਟਰੀ ਆ, ਜਿਹਨੇ ਗਾਹਾਂ ਖਰੀਦੀ ਆ ਉਹਦੇ ਕੋਲ ਰਜਿਸਟਰੀ ਆ, ਤੁਸੀਂ ਆਪਸ ਲੜਦੇ ਰਹਿ ਜਾਂਦੇ ਹੋ। ਤੇ ਜਿਹੜਾ ਵਿੱਚ ਡੀਲਰ ਆ ਉਹ ਤੁਹਾਡੀ ਗਲਤੀ ਦਾ ਫਾਇਦਾ ਚੱਕ ਕੇ 25-30 ਲੱਖ ਰੁਪਇਆ, 50 ਲੱਖ ਰੁਪਇਆ, ਕਰੋੜ ਰੁਪਈਆ, 10 ਕਰੋੜ ਰੁਪਈਆ ਉੱਥੇ ਕਮਾ ਜਾਂਦਾ। ਇਸ ਕਰਕੇ ਇੰਤਕਾਲ ਨਾ ਹੋਣ ਕਰਕੇ ਤੁਹਾਡੇ ਦੋਸਤ ਨਾਲ ਗਲਤੀ ਹੋਈ ਆ, ਤੁਹਾਡੇ ਦੋਸਤ ਤੋਂ ਗਲਤੀ ਹੋਈ ਆ, ਧੋਖਾ ਉਹਨੇ ਕੀਤਾ, ਲੇਕਿन गलती ਪਹਿਲਾਂ ਦੋਸਤ ਦੀ ਸੀ। तो तीर्थ गरेवाल जी ने बताया कि जब भी आप प्रॉपर्टी खरीदें, रजिस्ट्री करवाएं, तो उसके बाद 3 महीने के अंदर ही अंदर इंतकाल करवा लें। यदि आप 3 महीने के अंदर इंतकाल नहीं करवाते तो आपको प्रॉपर्टी का लॉस हो सकता है, आपसे फ्रॉड हो सकता है, आपसे चीटिंग हो सकती है। तो धन्यवाद तीर्थ गरेवाल जी, आपने इसके बारे में जानकारी दी। थैंक यू श्रीपाल जी, बहुत बहुत धन्यवाद ਤੁਹਾਡੇ ਸਾਰਿਆਂ ਦਾ। थैंक यू।